बहुत ही प्यारे बच्चों, सत श्री अकाल। ਅੱਜ ਮੈਂ ਸ਼ੈਲਜਾ ਕੁਮਾਰੀ ਪੰਜਾਬੀ ਮਿਸਟਰਸ ਸਰਕਾਰੀ ਹਾਈ ਸਕੂਲ ਸੋਹੋਵਾਲ ਤੋਂ ਤੁਹਾਡੇ ਲਈ ਪੜ੍ਹਨਾਂਵ ਕੀ ਹੁੰਦਾ ਹੈ ਅਤੇ ਪੜ੍ਹਨਾਂਵ ਦੀਆਂ ਕਿਸਮਾਂ ਲੈ ਕੇ ਹਾਜ਼ਰ ਹੋਈ ਹਾਂ। ਬੱਚੋ, ਪੜ੍ਹਨਾਂਵ ਇਹ ਜਿਹੜਾ ਟੌਪਿਕ ਹੈ ਤੁਹਾਡੀ 6ਵੀਂ 7ਵੀਂ 8ਵੀਂ 9ਵੀਂ 10ਵੀਂ ਸਾਰੀ ਜਮਾਤਾਂ ਲਈ ਬਹੁਤ ਜ਼ਰੂਰੀ ਹੈ। ਇਸ ਕਰਕੇ ਅੱਜ ਮੈਂ ਤੁਹਾਨੂੰ ਪੜ੍ਹਨਾਂਵ ਦੀ ਪਰਿਭਾਸ਼ਾ ਅਤੇ ਪੜ੍ਹਨਾਂਵ ਦੀਆਂ ਕਿਸਮਾਂ ਬਾਰੇ ਤੋਂ ਜਾਣੂ ਕਰਵਾਵਾਂਗੀ। ਸਭ ਤੋਂ ਪਹਿਲਾਂ ਆਪਾਂ ਪੜ੍ਹਨਾਂਵ ਦੀ ਪਰਿਭਾਸ਼ਾ ਸਿੱਖਾਂਗੇ। ਬੱਚੋ, ਪੜ੍ਹਨਾਂਵ ਕੀ ਹੁੰਦਾ ਹੈ? ਪੜ੍ਹਨਾਂਵ ਸ਼ਬਦ ਉਹ ਹੁੰਦਾ ਹੈ ਜੋ ਨਾਂਵ ਸ਼ਬਦ ਦੀ ਥਾਂ 'ਤੇ ਵਰਤੇ ਜਾਂਦੇ ਹਨ, ਜਿਵੇਂ ਉਹ, ਮੈਂ, ਤੂੰ, ਮੇਰੇ ਆਦਿ। ਜਿਵੇਂ ਬੱਚੋ, ਨਾਂਵ ਕੀ ਹੁੰਦਾ ਹੈ? ਨਾਂਵ ਵਿੱਚ ਕਿਸੇ ਵੀ ਜਗ੍ਹਾ ਕਿਸੇ ਦਾ ਨਾਮ, ਸਥਾਨ ਆਦਿ ਦਾ ਜ਼ਿਕਰ ਕੀਤਾ ਜਾਂਦਾ ਹੈ। ਉਸੇ ਪ੍ਰਕਾਰ ਪੜ੍ਹਨਾਂਵ ਸ਼ਬਦ ਜਿਹੜਾ ਆ ਨਾਂਵ ਦੀ ਸ਼ਬਦ ਦੀ ਥਾਂ 'ਤੇ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਪੜ੍ਹਨਾਂਵ ਕਿਹਾ ਜਾਂਦਾ ਹੈ। ਇਸ ਦੀ ਉਦਾਹਰਨ ਹੈ ਤੁਹਾਡੇ ਅੱਗੇ ਲਿਖੀ ਹੋਈ, ਉਹ, ਮੈਂ, ਤੂੰ, ਮੇਰੇ ਆਦਿ। ਜਿਵੇਂ ਕਿ ਬੱਚੋ, ਨਾਮ ਵਿੱਚ ਹੋ ਸਕਦਾ ਹੈ ਰਾਮ ਪੜ੍ਹਦਾ ਹੈ। ਰਾਮ ਪੜ੍ਹਦਾ ਹੈ, ਰਾਮ ਕੀ ਹੋ ਗਿਆ? ਨਾਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਨਾਮ ਦੀ ਜਗ੍ਹਾ ਵਰਤੇ ਜਾਣ ਵਾਲੇ ਸ਼ਬਦ ਨੂੰ ਜਿਵੇਂ ਪੜ੍ਹਨਾਂਵ ਕਹਿੰਦੇ ਹਨ, ਅਤੇ ਰਾਮ ਦੀ ਜਗ੍ਹਾ ਕੀ ਹੋ ਜਾਏਗਾ? ਉਹ। ਤੋਂ ਕੀ ਬਣ ਜਾਏਗਾ? ਉਹ ਪੜ੍ਹਦਾ ਹੈ। ਅੱਗੇ ਬੱਚੋ, ਪੜ੍ਹਨਾਂਵ ਦੇ ਕਿੰਨੇ ਭੇਦ ਹਨ? ਪੜ੍ਹਨਾਂਵ ਦੇ ਭੇਦ 6 ਪ੍ਰਕਾਰ ਦੇ ਹਨ। ਕਿਹੜਾ? ਪੁਰਸ਼ਵਾਚਕ ਪੜ੍ਹਨਾਂਵ, ਨਿਜਵਾਚਕ ਪੜ੍ਹਨਾਂਵ, ਸੰਬੰਧਵਾਚਕ ਪੜ੍ਹਨਾਂਵ, ਪ੍ਰਸ਼ਨਵਾਚਕ ਪੜ੍ਹਨਾਂਵ, ਨਿਸ਼ਚੈਵਾਚਕ ਪੜ੍ਹਨਾਂਵ, ਅਨਿਸ਼ਚੈਵਾਚਕ ਪੜ੍ਹਨਾਂਵ। ਹੁਣ ਬੱਚੋ, ਅਸੀਂ ਇਹਨਾਂ 6 ਭੇਦਾਂ ਨੂੰ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਅੱਗੇ ਪੜ੍ਹਾਂਗੇ। ਸਭ ਤੋਂ ਪਹਿਲਾ ਹੈ ਸਾਡਾ ਪੁਰਸ਼ਵਾਚਕ ਪੜ੍ਹਨਾਂਵ, ਜਿਸ ਨੂੰ ਆਪਾਂ ਪੁਰਖਵਾਚਕ ਪੜ੍ਹਨਾਂਵ ਵੀ ਕਹਿੰਦੇ ਹਨ। ਇਸ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪੜ੍ਹਨਾਂਵ ਸ਼ਬਦ ਬੋਲਣ ਵਾਲਾ ਪੁਰਖ ਆਪਣੇ ਲਈ, ਸੁਣਨ ਵਾਲੇ ਲਈ ਜਾਂ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਲਈ ਉਪਯੋਗ ਕਰਦਾ ਹੈ, ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਅਸੀਂ, ਤੁਸੀਂ, ਮੈਂ, ਉਹ ਆਦਿ। ਅੱਗੇ ਬੱਚੋ, ਪੁਰਖਵਾਚਕ ਪੜ੍ਹਨਾਂਵ ਵੀ 3 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਉੱਤਮ ਪੁਰਖ। ਕਿਹੜਾ ਹੈ? ਉੱਤਮ ਪੁਰਖ। ਜੋ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ। ਉਹ ਆਪਣਾ ਨਾਮ ਲੈਣ ਦੀ ਥਾਂ 'ਤੇ ਆਪਣੇ ਲਈ ਮੈਂ, ਅਸੀਂ, ਸਾਨੂੰ, ਸਾਡਾ, ਮੇਰੇ ਆਦਿ ਦੀ ਵਰਤੋਂ ਕਰਦਾ ਹੈ। ਉੱਤਮ ਪੁਰਖ ਪੜ੍ਹਨਾਂਵ ਕਿਹਾ ਜਾਂਦਾ ਹੈ। ਅਗਲਾ ਹੈ ਮੱਧਮ ਪੁਰਖ। ਮੱਧਮ ਪੁਰਖ ਵਿੱਚ ਬੱਚੋ, ਜਿਸ ਪੁਰਖ ਦੇ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ। ਜਿਵੇਂ ਤੂੰ, ਤੈਨੂੰ, ਤੇਰਾ, ਤੁਸੀਂ, ਤੁਹਾਨੂੰ, ਤੁਹਾਡਾ ਆਦਿ ਮੱਧਮ ਪੁਰਖਵਾਚਕ ਪੜ੍ਹਨਾਂਵ ਹਨ। ਤੀਸਰਾ ਹੈ ਅਨਯ ਪੁਰਖ। ਅਨਯ ਪੁਰਖ ਹੁੰਦਾ ਹੈ ਬੱਚੋ, ਜਿਸ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ। ਜਿਵੇਂ ਉਹ, ਉਹਨਾਂ, ਉਹਦਾ, ਉਹਦੀ, ਉਹਨਾਂ, ਇਹ, ਇਹਨਾਂ, ਇਹਦਾ, ਇਹਦੀ ਆਦਿ। ਅੱਗੇ ਇਸ ਦੀ ਹੋਰ ਉਦਾਹਰਨ ਹੈ, ਜਿਵੇਂ ਉਹਨਾਂ ਕੋਲ ਮਾਰੂਤੀ ਗੱਡੀ ਹੈ। ਇਸ ਵਿੱਚ ਉਹਨਾਂ ਜਿਹੜਾ ਸ਼ਬਦ ਹੈ ਉਹ ਅਨਯ ਪੁਰਖ ਸ਼ਬਦ ਕਿਹਾ ਜਾ ਸਕਦਾ ਹੈ। ਅਗਲਾ ਭੇਦ ਹੈ ਪੜ੍ਹਨਾਂਵ ਦਾ ਨਿਜਵਾਚਕ ਪੜ੍ਹਨਾਂਵ। ਉਹ ਪੜ੍ਹਨਾਂਵ ਜੋ
ਨਾਂਵ ਦੇ ਨਾਲ ਆ ਕੇ ਉਸ ਨੂੰ ਨਾਂਵ ਦੀ ਨਿਜਤਾ ਨੂੰ ਪ੍ਰਗਟਾਵੇ, ਉਸ ਨੂੰ ਨਿਜਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਆਪ, ਖੁਦ, ਆਪਣੇ ਆਪ, ਆਪਸ ਆਦਿ। ਜਿਵੇਂ ਰਾਧਾ ਆਪਣੇ ਆਪ ਗੱਡੀ ਚਲਾ ਕੇ ਚਲੀ ਗਈ। ਅਗਲੀ ਉਦਾਹਰਨ ਹੈ ਰੋਹਿਤ ਆਪ ਤੁਹਾਨੂੰ ਫੋਨ ਕਰੇਗਾ। ਤੀਜਾ ਭੇਦ ਹੈ ਬੱਚੋ ਪੜ੍ਹਨਾਂਵ ਦਾ ਸੰਬੰਧਵਾਚਕ ਪੜ੍ਹਨਾਂਵ। ਸੰਬੰਧਵਾਚਕ ਪੜ੍ਹਨਾਂਵ ਕੀ ਹੁੰਦਾ ਹੈ? ਜਿਹੜੇ ਸ਼ਬਦ ਨਾਂਵ ਦੀ ਥਾਂ 'ਤੇ ਵਰਤੇ ਜਾਣ ਅਤੇ ਨਾਲ ਹੀ ਦੋ ਵਾਕਾਂ ਦਾ ਸੰਬੰਧ ਵੀ ਜੋੜਨ ਸੰਬੰਧਵਾਚਕ ਪੜ੍ਹਨਾਂਵ ਹੁੰਦੇ ਹਨ। ਜਿਵੇਂ ਜੋ ਕਰੇਗਾ ਸੋ ਭਰੇਗਾ। ਜਿਹੜਾ ਮੁੰਡਾ ਕੱਲ੍ਹ ਆਇਆ ਸੀ ਉਹ ਪ੍ਰਥਮ ਆਇਆ ਹੈ। ਮੇਰਾ ਇੱਕ ਜਮਾਤੀ ਹੈ ਜੋ ਹਮੇਸ਼ਾ ਮੇਰੇ ਨਾਲ ਹੀ ਰਹਿੰਦਾ ਹੈ। ਅਗਲਾ ਭੇਦ ਹੈ ਬੱਚੋ ਪ੍ਰਸ਼ਨਵਾਚਕ ਪੜ੍ਹਨਾਂਵ। ਪ੍ਰਸ਼ਨਵਾਚਕ ਪੜ੍ਹਨਾਂਵ ਬੱਚੋ ਕੀ ਹੁੰਦਾ ਹੈ ਕਿ ਜਿਹੜੇ ਸ਼ਬਦ ਨਾਂਵ ਦੀ ਥਾਂ 'ਤੇ ਵੀ ਆਉਣ ਅਤੇ ਨਾਲ ਹੀ ਪ੍ਰਸ਼ਨ ਲਈ ਵੀ ਵਰਤੇ ਜਾਣ, ਉਹਨਾਂ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕੌਣ, ਕਿਸ, ਕਿਹੜਾ, ਕਿਹਨੇ, ਕੀ, ਕਿਹਨੂੰ ਆਦਿ। ਅੱਗੇ ਉਦਾਹਰਨ ਹੈ ਕੌਣ ਹੈ ਬਾਹਰ। ਕੌਣ ਹੈ ਬਾਹਰ ਇਸ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ, ਜਿਸ ਕਰਕੇ ਇਹ ਪ੍ਰਸ਼ਨਵਾਚਕ ਜਿਹੜਾ ਵਾਕ ਹੈ ਉਹ ਹੈ। ਅਗਲੀ ਉਦਾਹਰਨ ਹੈ ਕਿਹੜਾ ਰੌਲਾ ਪਾ ਰਿਹਾ ਹੈ। ਇਸ ਵਿੱਚ ਵੀ ਪ੍ਰਸ਼ਨ ਪੁੱਛਿਆ ਗਿਆ ਹੈ, ਇਸ ਕਰਕੇ ਇਹ ਵਾਕ ਵੀ ਪ੍ਰਸ਼ਨਵਾਚਕ ਵਾਕ ਹੈ। ਅਗਲਾ ਭੇਦ ਹੈ ਇਸ ਦਾ ਨਿਸ਼ਚੈਵਾਚਕ ਪੜ੍ਹਨਾਂਵ। ਬੱਚੇ ਇਹਦਾ ਅਰਥ ਹੈ ਕਿ ਜਿਹੜੇ ਪੜ੍ਹਨਾਂਵ ਕਿਸੇ ਦਿਸ ਰਹੇ ਵਿਅਕਤੀ, ਵਸਤੂ ਜਾਂ ਜੀਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤ ਕਰਨ, ਉਹਨਾਂ ਨੂੰ ਨਿਸ਼ਚੈਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਇਹ, ਉਹ, ਆਹੋ ਆਦਿ। ਅਗਲੀ ਉਦਾਹਰਨ ਹੈ ਇਹ ਮੇਰਾ ਪੈਨ ਹੈ, ਉਹ ਕਿਤਾਬ ਮੇਰੀ ਹੈ। ਅਗਲੇ 6ਵਾਂ ਭੇਦ ਹੈ ਇਹਦਾ ਬੱਚੋ ਅਨਿਸ਼ਚੈਵਾਚਕ ਪੜ੍ਹਨਾਂਵ। ਜਿਹੜੇ ਪੜ੍ਹਨਾਂਵ ਕਿਸੇ ਵਿਅਕਤੀ, ਵਸਤੂ ਜਾਂ ਜੀਵ ਦਾ ਨਿਸ਼ਚਿਤ ਗਿਆਨ ਨਾ ਦੇਣ, ਉਹਨਾਂ ਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕੋਈ, ਕੁਝ, ਕਈ, ਹੋਰ, ਅਨੇਕ, ਵਿਰਲਾ, ਬਹੁਤੇ, ਸਭ ਆਦਿ। ਹੋਰ ਇਹਦੀ ਉਦਾਹਰਨ ਹੈ ਗਰੀਬ ਦੇ ਵਿਰਲਾ ਹੀ ਤਰਸ ਕਰਦਾ ਹੈ। ਅਗਲੀ ਉਦਾਹਰਨ ਹੈ ਸਭ ਲੋਕ ਚੰਗੇ ਨਹੀਂ ਹੁੰਦੇ। ਹੁਣ ਬੱਚੋ ਆਪਾਂ ਤੁਹਾਡੇ ਸਾਹਮਣੇ ਪੜ੍ਹਨਾਂਵ ਦੀਆਂ 6 ਕਿਸਮਾਂ ਜਿਹੜੀਆਂ ਹੈ ਉਹ ਆਪਾਂ ਕੀਤੀਆਂ। ਪੁਰਸ਼ਵਾਚਕ ਪੜ੍ਹਨਾਂਵ, ਨਿਜਵਾਚਕ ਪੜ੍ਹਨਾਂਵ, ਸੰਬੰਧਵਾਚਕ ਪੜ੍ਹਨਾਂਵ, ਪ੍ਰਸ਼ਨਵਾਚਕ ਪੜ੍ਹਨਾਂਵ, ਅਨਿਸ਼ਚੈਵਾਚਕ ਪੜ੍ਹਨਾਂਵ ਅਤੇ ਨਿਸ਼ਚੈਵਾਚਕ ਪੜ੍ਹਨਾਂਵ। ਉਮੀਦ ਹੈ ਬੱਚੋ ਤੁਹਾਨੂੰ ਮੇਰੇ ਇਸ ਲੈਕਚਰ ਤੋਂ ਬਾਅਦ ਪੜ੍ਹਨਾਂਵ ਦੀ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ, ਜੋ ਕਿ ਤੁਹਾਡੇ ਲਈ 6ਵੀਂ ਤੋਂ ਲੈ ਕੇ 10ਵੀਂ ਕਲਾਸ ਵਿੱਚ 10ਵੀਂ ਜਮਾਤ ਤੱਕ ਹੋ ਸਕਦਾ ਹੈ, +1 +2 ਵਿੱਚ ਵੀ ਇਹ ਟੌਪਿਕ ਹੋਵੇ, ਤੁਹਾਨੂੰ ਸਮਝ ਆਈ ਹੋਏਗੀ। ਇਸ ਲਈ ਉਮੀਦ ਹੈ ਕਿ ਤੁਹਾਨੂੰ ਇਹਦੇ ਤੋਂ ਬਹੁਤ ਕੁਝ ਜਿਹੜੀ ਜਾਣਕਾਰੀ ਹੋਰ ਵੀ ਦੇਣ ਦੀ ਕੋਸ਼ਿਸ਼ ਕਰਾਂਗੀ। ਇਸ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ
ਧੰਨਵਾਦ।